ਅਸੀਂ ਅੱਜ ਇੱਕ ਬਹੁਤ ਹੀ ਨਾਜ਼ੁਕ ਮੁੱਦੇ ਦੀ ਗੱਲ ਕਰਾਂਗੇ। ਉਸ ਧਰਤੀ ਦੀ ਜਿਹੜੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈਗੀ ਹੈ ਤੇ ਜਿੱਥੇ ਮਾਈ ਭਾਗੋ ਵਰਗੀਆਂ ਮਾਤਾਵਾਂ ਭੈਣਾਂ ਪੈਦਾ ਹੋਈਆਂ ਨੇ ਤੇ ਜਿਨ੍ਹਾਂ ਨੇ ਇੱਥੇ ਗੁਰੂ ਪੈਦਾ ਕੀਤੇ ਹੋਣੇ, ਯੋਧੇ ਪੈਦਾ ਕੀਤੇ ਨੇ, ਤੇ ਅੱਜ ਉਸ ਧਰਤੀ ਤੇ ਐਡੇ ਵੱਡੇ ਹੈਰਾਨੀਜਨਕ ਅੰਕੜੇ ਆਏ ਨੇ ਕਿ ਸਾਡੀਆਂ ਧੀਆਂ ਵੀ ਹੁਣ ਵੱਡੀ ਗਿਣਤੀ ਵਿੱਚ ਨਸ਼ਾ ਲੈਣਾ ਸ਼ੁਰੂ ਕਰ ਚੁੱਕੀਆਂ ਨੇ, ਜ਼ਿੰਦਗੀ ਬਰਬਾਦ ਕਰ ਰਹੀਆਂ ਨੇ। ਪੰਜਾਬ ਯੂਨੀਵਰਸਿਟੀ ਦੇ ਹਿਊਮਨ ਰਾਈਟ ਡਿਪਾਰਟਮੈਂਟ ਦੀ ਇੱਕ ਸਟੂਡੈਂਟ ਅਭਿਜੀਤ ਢਿੱਲੋਂ ਨੇ ਸਟੱਡੀ ਕੀਤੀ। ਉਹ ਸਟੱਡੀ ਹਿਲਾ ਕੇ ਰੱਖਦੀ ਨੇ ਕਿ ਸਾਡਾ ਪੰਜਾਬ ਕਿੱਧਰ ਜਾ ਰਿਹਾ। ਸਾਡੇ ਪੁੱਤ ਜਦ ਨਸ਼ਾ ਕਰਦੇ ਸੀ ਤੇ ਉਹਨਾਂ ਨੂੰ ਸਮਝਾਉਣ ਦੇ ਬਹੁਤ ਸਾਰੇ ਯਤਨ ਕੀਤੇ ਜਾ ਰਹੇ, ਜਾਂ ਪੁੱਤ ਨਸ਼ਾ ਕਰਦੇ ਨੇ ਤੇ ਸ਼ਾਇਦ ਸਮਾਜ ਉਹਨਾਂ ਨੂੰ ਚੋਰੀ ਛਿਪੇ ਐਕਸੈਪਟ ਵੀ ਕਰ ਲੈਂਦਾ। ਪਰ ਜਦ ਧੀਆਂ ਦੀ ਗੱਲ ਆ ਰਹੀ ਆ ਤੇ ਹੁਣ ਤੇ ਪੰਜਾਬ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਤੌਰ ਤੇ ਸੈਂਟਰ ਵੀ ਬਣ ਚੁੱਕੇ ਨੇ। ਪਰ ਜਦ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੇ ਧੀਆਂ ਦੇ ਨਾਲ ਤੇ ਉਹ ਧਰਤੀ ਹਿਲ ਜਾਂਦੀ ਹੈਗੀ ਆ, ਜਿਹੜੇ ਖਤਰਨਾਕ ਅੰਕੜੇ ਨੇ। ਤੇ ਸਟੱਡੀ ਅਭਿਜੀਤ ਢਿੱਲੋਂ ਨੇ ਕੀਤੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਤੁਹਾਡਾ ਇਹ ਜਿਹੜਾ ਟੌਪਿਕ ਅਭਿਜੀਤ ਲੈਣ ਦਾ ਮੁੱਖ ਵਜ੍ਹਾ ਕੀ ਸੀ? ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਪੰਜਾਬ 'ਚ ਨਸ਼ੇ ਬਹੁਤ ਜ਼ਿਆਦਾ ਹੋਏ ਨੇ ਔਰ ਸਾਡੇ ਮੁੰਡੇ ਤਾਂ ਕਰਦੇ ਨੇ, ਕੁੜੀਆਂ ਵੀ ਕਰ ਲੱਗ ਪਈਆਂ, ਤੇ ਫੋਕਸ ਕੁੜੀਆਂ 'ਤੇ ਰੱਖਿਆ ਗਿਆ ਹੈਗਾ। ਸਰ ਮੈਂ ਇੱਕ ਫੀਮੇਲ ਐਕਟਿਵਿਸਟ ਹੈਗੀ ਹਾਂ। ਆਈ ਐਮ ਅ ਵਿਮਨ ਰਾਈਟ ਦੀ ਸਪੋਰਟਰ ਹੈਗੀ ਹਾਂ ਅਤੇ ਮੇਰੇ ਲਈ ਹਮੇਸ਼ਾ ਤੋਂ ਇਹ ਗੱਲ ਸੀਗੀ ਕਿ ਡਰੱਗਸ ਤੇ ਜਿੰਨੀ ਵੀ ਆਪਾਂ ਸਟੱਡੀਜ਼ ਦੇਖਦੇ ਹਾਂ ਸਰ, ਮੋਸਟਲੀ ਮੇਲ ਸੈਂਟਰਿਕ ਹੁੰਦੀਆਂ ਆ। ਕੰਮ ਵੀ ਜਿਹੜਾ ਸਰਕਾਰਾਂ ਕਰਦੀਆਂ ਆ ਜਾਂ ਅਸੀਂ ਜਿਹੜੀ ਵੀ ਗੱਲਾਂ ਸੁਣਦੇ ਨੇ ਉਹ ਸਾਰੀ ਆਦਮੀਆਂ ਨੂੰ ਲੈ ਕੇ ਆ। ਅਤੇ ਮੇਰਾ ਇੰਟਰਸਟ ਇਨ ਵਿਮਨ ਰਾਈਟਸ ਮੇਡ ਮੀ ਇਸ ਟੌਪਿਕ ਨੂੰ ਚੂਜ਼ ਕਰਨ ਦਾ ਇੱਕ ਕਾਰਨ ਬਣਿਆ। ਅਤੇ ਉਹ ਜਿਹੜਾ ਕਾਰਨ ਸੀਗਾ ਉਹ ਬਿਲਕੁਲ ਜਾਇਜ਼ ਸੀਗਾ, ਕਿਉਂਕਿ ਜੋ ਚੀਜ਼ਾਂ ਮੈਨੂੰ ਪਤਾ ਲੱਗੀਆਂ ਆ ਉਹ ਸੱਚੀ, ਜਿੱਦਾਂ ਤੁਸੀਂ ਕਿਹਾ, ਦਿਲ ਦਹਿਲਾਉਣ ਵਾਲੀਆਂ ਆ। ਕੀ ਤੁਹਾਨੂੰ ਕੀ ਲੱਗਾ ਜਦੋਂ ਉੱਥੇ ਜਾ ਕੇ ਜਿਹੜੀਆਂ ਪੀੜਤ ਕੁੜੀਆਂ ਦੇ ਨਾਲ ਗੱਲ ਕੀਤੀ ਹੈਗੀ, ਉਹਨਾਂ ਦੀ ਵਜ੍ਹਾ ਕੀ ਹੈ? ਨਸ਼ੇ ਦੇ ਵਿੱਚ ਜਾਂ ਨਸ਼ੇ ਦੇ ਦਲਦਲ 'ਚ ਫਸਣ ਦੇ ਕੀ ਮੁੱਖ ਕਾਰਨ ਰਹੇ ਨੇ? ਸਰ ਮੇਰੀ ਸਟੱਡੀ ਕਨਫਾਈਨਡ ਹੈਗੀ ਆ ਕਪੂਰਥਲੇ 'ਚ ਇੱਕ ਸੈਂਟਰ ਆ, ਇੱਕੋ ਹੀ ਸੈਂਟਰ ਆ। ਦੇਰ ਆਰ 31 ਸੈਂਟਰਸ ਜਿਹੜੇ ਕਿ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਨੇ ਜੋ ਸਰਕਾਰ ਦਿੰਦੀ ਆ, ਅਤੇ ਜਿਹੜਾ ਸਿਰਫ ਇੱਕ ਆ ਕਪੂਰਥਲਾ 'ਚ ਸੈਂਟਰ ਜੋ ਕਿ ਔਰਤਾਂ ਦੇ ਲਈ ਖਾਸ ਤੌਰ 'ਤੇ ਬਣਿਆ ਆ, ਅਤੇ ਮੇਰੀ ਸਟੱਡੀ ਉੱਥੇ ਹੀ ਹੈਗੀ ਆ। ਅਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਜਿਹੜੀਆਂ ਲੇਡੀਜ਼, ਇੱਕ ਤਾਂ ਉਹ ਸਰਕਾਰੀ ਆ, ਤਾਂ ਸਾਰੀਆਂ ਜਿੰਨੀਆਂ ਵੀ ਲੇਡੀਜ਼ ਸੀਗੀਆਂ ਉਹ ਮੱਧਮ ਵਰਗ ਜਾਂ ਲੋਅਰ ਵਰਗ ਤੋਂ ਸੀਗੀਆਂ। ਉਹ ਉਸ ਪਿੰਡਾਂ ਤੋਂ ਸੀਗੀਆਂ ਜਿਹੜੇ ਕਿ ਚਿੱਟੇ ਦੇ ਸ਼ਿਕਾਰ ਸੀਗੇ, ਅਤੇ ਉੱਥੇ ਸਾਰੀਆਂ ਕੁੜੀਆਂ ਇਹੀ ਨਸ਼ਿਆਂ 'ਚ ਸੀਗੀਆਂ ਅਤੇ ਚਿੱਟਾ ਦਾ ਨਸ਼ਾ ਕਰ ਰਹੇ ਸੀਗੇ। ਘਰਦਿਆਂ ਨੇ ਕੱਢਿਆ ਹੋਇਆ ਸੀਗਾ। ਕੁਛ ਇੰਦਾਂ ਦੀ ਵੀ ਸੀਗੀਆਂ ਜਿਹੜੀਆਂ ਸੈਕਸ ਟ੍ਰੇਡ ਵਿੱਚ, ਸੈਕਸ ਬਿਜ਼ਨਸ ਵਿੱਚ ਸੀਗੀਆਂ, ਸੈਕਸ ਵਰਕਰਸ ਸੀਗੀਆਂ। ਕੁਛ ਸੀਗੀਆਂ ਕਿ ਜਿਹੜੀ ਟ੍ਰੇਡ ਕਰ ਰਹੀਆਂ ਸੀਗੀਆਂ ਉਹ ਆਪ ਉਹਦੇ ਵਿੱਚ ਨਸ਼ੇ 'ਚ ਪੈ ਗਈਆਂ। ਤਾਂ ਹਾਂਜੀ ਸਰ, ਜਿਹੜੇ ਤੁਸੀਂ ਦੱਸਿਆ ਕਿ ਮੋਸਟਲੀ ਪਿੰਡਾਂ ਵਾਲੀਆਂ ਮਾਪਿਆਂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਗਾ, ਉਹ ਕੁੜੀਆਂ ਕਿਵੇਂ ਇਸ ਦਲਦਲ ਦੇ ਵਿੱਚ ਫਸੀਆਂ ਹੈਗੀਆਂ? ਕਿਵੇਂ ਉਹਨਾਂ ਨੂੰ ਇਹ ਨਸ਼ੇ ਦੀ ਲੱਤ ਲੱਗ ਗਈ ਹੈਗੀ? ਸਰ ਇਹਦੇ ਨਾ ਬਹੁਤ ਸਾਰੇ ਰੀਜ਼ਨਸ ਨੇ। ਜਿੰਨਾ ਕੁ ਮੈਂ ਉਹਨਾਂ ਨੂੰ ਗੱਲ ਕਰਕੇ ਮੈਨੂੰ ਪਤਾ ਲੱਗਿਆ, ਉਹਨਾਂ ਵਿੱਚੋਂ ਜਿੰਨੀਆਂ ਵੀ ਜ਼ਿਆਦਾਤਰ ਲੇਡੀਜ਼ ਸੀਗੀਆਂ ਉਹਨਾਂ ਦੇ ਨਾਲ ਕੋਈ ਨਾ ਕੋਈ ਜਾਂ ਟਰੋਮਾ ਹੋਇਆ ਆ ਬਚਪਨ ਦੇ ਵਿੱਚ, ਜਾਂ ਉਹਨਾਂ ਦੇ ਨਾਲ ਕੋਈ ਸੈਕਸ਼ੂਅਲ ਅਸੌਲਟ ਹੋਈ ਆ, ਅਬਿਊਜ਼ ਹੋਇਆ ਆ। ਬਹੁਤ ਬਚਪਨ ਦੇ ਕਾਰਨਾਂ ਨੇ ਉਹਨਾਂ ਨੂੰ ਉਸ ਟਾਈਮ 'ਤੇ ਲੈ ਕੇ ਜਾ ਕੇ ਕੀਤਾ। ਨਾਲੇ ਸਰ ਅਨਇੰਪਲੋਇਮੈਂਟ ਤਾਂ ਹੈ ਹੀ, ਪੈਸੇ ਚਾਹੀਦੇ ਹੁੰਦੇ ਆ, ਤਾਂ ਉਸ ਤਰੀਕੇ ਨਾਲ ਉਹ ਸੈਕਸ ਵਰਕ 'ਤੇ ਗਈਆਂ। ਜਦੋਂ ਸੈਕਸ ਵਰਕ 'ਤੇ ਗਈਆਂ ਤਾਂ ਮੋਸਟ ਆਫ ਦੈਮ ਵਾਂਟਡ ਕਿ ਉਹਨਾਂ ਨੂੰ ਉਹ ਕੰਮ, ਸਾਨੂੰ ਪਤਾ ਹੀ ਔਖਾ ਆ, ਅਤੇ ਨਸ਼ੇ ਉਹਨਾਂ ਦਾ ਇੱਕ ਸਾਧਨ ਬਣੇ ਕਿ ਉਹ ਆਪਣੇ ਉਸ ਕੰਮ ਨੂੰ ਕਰ ਪਾਉਣ। ਅਤੇ ਬਾਕੀ ਸਰ ਬਹੁਤ ਸਾਰੀ ਕੁੜੀਆਂ ਨੂੰ ਉਹਨਾਂ ਦੇ ਆਪਣੇ ਹੀ ਹਸਬੈਂਡਸ ਨੇ, ਫਰੈਂਡਸ ਨੇ, ਪੀਅਰ ਗਰੁੱਪ ਨੇ ਨਸ਼ਿਆਂ 'ਚ ਲੈ ਕੇ ਆਏ। ਮੋਸਟਲੀ ਟੀਨ ਏਜ ਵੀ ਹੈਗੀਆਂ ਕਿ ਮੈਰਿਡ ਨੇ ਜਾਂ ਅਨਮੈਰਿਡ ਲੜਕੀਆਂ ਨੇ? ਸਰ ਹਰ ਤਰੀਕੇ ਦੀ ਲੇਡੀਜ਼ ਨੇ। ਮੈਂ ਇੱਕ ਕੁੜੀ ਨਾਲ ਮਿਲੀ, ਉਹ ਕੌਨਵੈਂਟ ਐਜੂਕੇਟਿਡ ਕੁੜੀ ਆ, ਸ਼ਹਿਰ ਦੀ ਕੁੜੀ ਸੀਗੀ। ਉਹਨੂੰ ਮੈਂ ਪੁੱਛਿਆ ਕਿ ਤੂੰ ਇੱਥੇ ਕਿਉਂ ਅਤੇ ਕਿਵੇਂ ਆਈ? 18 ਸਾਲ ਦੀ ਕੁੜੀ ਸਰ। ਅਤੇ ਉਹਦਾ ਕਹਿਣਾ ਹੋਇਆ ਕਿ ਪਹਿਲੀ ਇੱਥੇ ਮੇਰਾ ਆਉਣਾ ਕਹਿੰਦੀ ਇਸ ਲਈ ਆ ਕਿਉਂਕਿ ਮੈਨੂੰ ਕੋਈ ਜਾਣਦਾ ਨਹੀਂ, ਬਗਾਨਾ ਸ਼ਹਿਰ ਆ, ਅਤੇ ਬਗਾਨੇ ਸ਼ਹਿਰ 'ਚ ਮੇਰੀ ਐਕਸੈਪਟੈਂਸ ਜ਼ਿਆਦਾ ਮਤਲਬ ਨਹੀਂ ਪਤਾ ਲੱਗੂਗਾ ਲੋਕਾਂ ਨੂੰ। ਅਤੇ ਉਹ ਲੱਗੀ ਇਸ ਲਈ ਕਿ ਉਹਦੇ ਘਰ ਦੇ ਹਮੇਸ਼ਾ ਮਾਂ ਬਾਪ ਲੜਦੇ ਰਹਿੰਦੇ ਸੀਗੇ। ਉਹ ਹੋਸਟਲ 'ਚ ਰਹਿੰਦੀ ਸੀਗੀ, ਹੋਸਟਲ 'ਚ ਦੋਸਤ ਕਰਦੇ ਸੀਗੇ। ਹੌਲੀ ਹੌਲੀ ਉਹਨੇ ਛੋਟੇ ਡਰੱਗਸ ਤੋਂ ਸ਼ੁਰੂ ਕੀਤਾ, ਐਂਡ 'ਚ ਉਹ ਹੈਰੋਇਨ ਲੈਣ ਲੱਗ ਗਈ। ਅਤੇ ਪਰ ਉਹਨੂੰ ਇਹ ਸਮਝ ਸੀਗੀ, ਕਿਉਂਕਿ ਉਹ ਪੜ੍ਹੀ ਲਿਖੀ ਸੀ ਸ਼ਾਇਦ, ਕਿ ਉਹਨੂੰ ਪਤਾ ਸੀਗਾ ਕਿ ਹੁਣ ਟਾਈਮ ਆ ਕਿ ਮੈਂ ਹੋ ਜਾ। ਉਹਦੇ ਮਾਂ ਬਾਪ ਨੇ ਇੱਥੇ ਸਪੋਰਟ ਉਹਨੂੰ ਜ਼ਰੂਰ ਕੀਤਾ, ਜਿਹੜਾ ਉਹਨੂੰ ਸਹੀ ਟਾਈਮ 'ਤੇ ਕਰਤਾ। ਪਰ ਉਹਨੂੰ ਜਿਹੜਾ ਖ਼ਤਮ ਕੀਤਾ ਡਰੱਗਸ ਨੇ, ਉਹ ਤਾਂ ਗੱਲ ਹੋਰ ਰਹਿ ਗਈ। ਇੱਕ ਹੋਰ ਕੁੜੀ ਸੀਗੀ, ਉਹ ਆਪਣੀ ਪਿੰਡ ਤੋਂ ਹੀ ਸੀਗੀ, ਉਹ ਮੈਰਿਡ ਸੀਗੀ। ਉਹਦਾ ਜਿਹੜੀ ਮੈਰਿਜ ਹੀ ਸੀਗੀ ਉਹ ਡਰੱਗ ਜਿਹੜਾ ਟ੍ਰੈਫਿਕ ਕਰਦੇ ਨੇ ਉਸ ਆਦਮੀ ਨਾਲ ਸੀਗੀ।
ਤੇ ਉਹਨੇ ਉਹਦੇ ਥਰੂ ਫਿਰ ਉਹਨੂੰ ਪਹਿਲਾਂ ਤਾਂ ਮਨਾ ਕਰਦੀ ਰਹੀ ਤੂੰ ਨਾ ਕਰ, ਫਿਰ ਨਾਲ ਹੀ ਉਹਦੇ ਪੈ ਗਈ। ਉਸੀ ਕੁੜੀ ਨੇ ਮੈਨੂੰ ਦੱਸਿਆ, ਮੈਂ ਉਹਨੂੰ ਕਿਹਾ ਕਿ ਤੈਨੂੰ ਕਿੰਨਾ ਕੁ ਲੱਗਦਾ ਕਿ ਕਿੰਨੀ ਕੁ ਪ੍ਰੋਬਲਮ ਆ, ਕਹਿੰਦੀ ਸਾਡਾ ਤਾਂ ਉਹਦਾ ਕਪੂਰਥਲੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪਿੰਡ ਸੀ ਉਹਦੇ ਬਾਰਡਰ ਦੇ ਕੋਲ ਹੀ, ਕਹਿੰਦੀ ਸਾਡਾ ਤਾਂ ਸਾਰਾ ਪਿੰਡ ਮੁੰਡੇ ਤੋਂ ਲੈ ਕੇ ਕੁੜੀ ਤੋਂ ਲੈ ਕੇ ਬੱਚੇ ਤੋਂ ਲੈ ਕੇ ਸਾਰੇ ਚਿੱਟੇ ਤੇ ਨੇ। ਤੇ ਆਈ ਅੰਡਰਸਟੈਂਡ ਕਿ ਸਾਡੀ ਸਰਕਾਰਾਂ ਕੰਮ ਕਰ ਰਹੀਆਂ ਇਹਦੇ ਉੱਤੇ, ਪਰ ਆਈ ਡੋਂਟ ਥਿੰਕ ਸੋ ਐਡਿਕੁਏਟ ਕੰਮ ਹੋ ਰਿਹਾ ਹੈ, ਸੋਸਾਈਟਲ ਲੈਵਲ ਤੋਂ ਕੰਮ ਨਹੀਂ ਹੋ ਰਿਹਾ, ਲੇਡੀਜ਼ ਨੂੰ ਐਕਸੈਪਟੈਂਸ ਨਹੀਂ ਮਿਲ ਰਹੀ, ਘਰ ਦੇ ਐਕਸੈਪਟ ਨਹੀਂ ਕਰ ਰਹੇ, ਸੋਸਾਇਟੀ ਐਕਸੈਪਟ ਨਹੀਂ ਕਰ ਰਹੀ। ਆਦਮੀਆਂ ਦਾ ਸਰ ਕੀ ਹੁੰਦਾ ਆ ਕਿ ਜਿੰਨਾ ਕੁ ਮੈਨੂੰ ਲੱਗਦਾ ਆ ਕਿ ਇਹ ਐਕਸੈਪਟਡ ਆ, ਠੀਕ ਆ, ਅਸੀਂ ਮੰਨਦੇ ਆ ਕਿ ਹਾਂ ਆਦਮੀ ਕਰਦਾ ਡਰੱਗਸ ਤੇ ਉਹਨੂੰ ਹੈਲਪ ਮਿਲ ਜਾਂਦੀ ਆ। ਕੌਣ ਮਦਦ ਕਰਦਾ ਆ? ਮਾਵਾਂ ਮਦਦ ਕਰਦੀਆਂ, ਭੈਣਾਂ ਮਦਦ ਕਰਦੀਆਂ, ਵਾਈਫਸ ਮਦਦ ਕਰਦੀਆਂ। ਪਰ ਜਦ ਔਰਤਾਂ ਤੇ ਗੱਲ ਆ ਜਾਂਦੀ ਆ ਤਾਂ ਫਿਰ ਸਾਰੇ ਮੂੰਹ ਜਾਂ ਮੋੜ ਲੈਂਦੇ ਨੇ। ਔਰਤਾਂ ਆਪ ਵੀ ਐਕਸੈਪਟ ਹੀ ਨਹੀਂ ਕਰਦੀਆਂ ਕਿ ਹਾਂ, ਨਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਟ੍ਰੀਟਮੈਂਟ ਲੈਣ ਦੀ ਲੋੜ ਆ, ਉਹ ਇਸ ਦਲਦਲ 'ਚ ਫਸੀਆਂ ਰਹਿ ਜਾਂਦੀਆਂ ਆ ਸਰ। ਕਈਆਂ ਨੇ ਸ਼ੌਂਕ ਦੇ ਨਾਲ ਲਈ ਕਿ ਜਾਂ ਫੈਮਿਲੀ ਪ੍ਰੈਸ਼ਰ, ਟੈਨਸ਼ਨ, ਸਟ੍ਰੈਸ ਜ਼ਿਆਦਾ ਸੀ? ਸਰ ਮੋਸਟਲੀ ਜਿੰਨਾ ਕੁ ਮੈਂ ਜਿਨ੍ਹਾਂ ਨਾਲ ਗੱਲ ਕੀਤੀ ਆ ਉਹ ਸਾਰੀਆਂ ਸਟ੍ਰੈਸ ਵਾਲੀਆਂ ਹੀ ਸੀਗੀਆਂ, ਜਾਂ ਤਾਂ ਅਨਇੰਪਲੋਇਮੈਂਟ ਸੀਗੀ। ਸਰ ਇੱਕ ਮੈਂ ਉੱਥੇ ਮਿਲੀ ਸੀਗੀ ਇੱਕ ਵਿਕਲਾਂਗ ਲੇਡੀ ਤੋਂ, ਉਹਨਾਂ ਦਾ ਹੋਇਆ ਸੀਗਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਤੇ ਉਹਨਾਂ ਦੇ ਹਸਬੈਂਡ ਦਾ, ਤੇ ਉਹਨਾਂ ਦੇ ਹਸਬੈਂਡ ਨੇ ਉਹਨਾਂ ਨੂੰ ਰੈਪ ਹੈਰੋਇਨ ਕਰਵਾਉਣਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਪੇਨ ਬਹੁਤ ਹੁੰਦੀ ਸੀਗੀ, ਤਾਂ ਉਸ ਪੇਨ ਦੇ ਘੱਟ ਕਰਨ ਲਈ ਉਹਨਾਂ ਨੇ ਰੈਪ ਹੈਰੋਇਨ ਸ਼ੁਰੂ ਕੀਤੀ। ਫਿਰ ਜਦੋਂ ਕਰਨਾ ਬੰਦ ਹੋ ਗਿਆ ਅਸਰ ਉਸ ਰੈਪ ਹੈਰੋਇਨ ਦਾ, ਉਹਨਾਂ ਨੇ ਇੰਜੈਕਟ ਕਰਨਾ ਸ਼ੁਰੂ ਕਰਤਾ। ਫਿਰ ਥੋੜ੍ਹੇ ਟਾਈਮ ਬਾਅਦ ਉਹ ਆਦਮੀ ਆਪਣੀ ਵਾਈਫ ਤੇ ਆਪਣੀ ਕੁੜੀ ਨੂੰ, 5 ਸਾਲ ਦੀ ਕੁੜੀ ਨੂੰ ਛੱਡ ਕੇ ਚਲੇ ਜਾਂਦੇ ਆ, ਤੇ ਫਿਰ ਜਿਹੜੇ ਸਹੁਰੇ ਨੇ ਉਸ ਲੇਡੀ ਨੂੰ ਉਦੋਂ ਘਰਾਂ ਬਾਹਰ ਕੱਢ ਦਿੰਦੇ ਨੇ। ਤੇ ਤੁਸੀਂ ਉਹ ਸੋਚੋ, ਉਹ ਤਾਂ ਫਿਰ ਕੋਈ NGO ਵਾਲਿਆਂ ਨੇ ਉਹ ਲੇਡੀ ਨੂੰ ਦੇਖਿਆ, ਉਹਦੀ ਕੁੜੀ ਨੂੰ ਦੇਖਿਆ ਤੇ ਉਹਨਾਂ ਨੂੰ ਉਸ ਸੈਂਟਰ 'ਚ ਐਡਮਿਟ ਕਰਾਤਾ। ਪਰ ਸਰ ਇਹ ਹਰ ਤਰੀਕੇ ਦੇ ਕਾਰਨ ਨੇ। ਆਈ ਥਿੰਕ ਅਨਇੰਪਲੋਇਮੈਂਟ, ਸਟ੍ਰੈਸ, ਇਹ ਸਾਰੇ ਤਾਂ ਕਾਰਨ ਹੈ ਹੀ ਹੈ। ਉਸ ਤੋਂ ਇਲਾਵਾ ਵੀ ਇਹੀ ਮੇਨ ਕਾਰਨ ਨੇ ਅੱਜ ਕੱਲ੍ਹ ਦੀ ਸੋਸਾਇਟੀ ਦੇ। ਸੈਕਸ ਟ੍ਰੇਡ ਜਾਂ ਰੈਕਟ ਦੇ ਵਿੱਚ ਉਹ ਲੜਕੀਆਂ ਕਿਵੇਂ ਪਹਿਲਾਂ ਤਾਂ ਸੈਕਸ ਰੈਕਟ 'ਚ ਪਈਆਂ ਹੈਗੀਆਂ, ਜਾਂ ਪਹਿਲਾਂ ਇਹ ਉਹਨਾਂ ਚਿੱਟਾ ਲੈਣਾ ਸ਼ੁਰੂ ਕਰਦੇ, ਜਾਂ ਘਰਾਂ ਦੇ ਵਿੱਚ ਮੋਸਟਲੀ ਲੜਕੀਆਂ ਕੰਮ ਕਰਦੀਆਂ ਹੈਗੀਆਂ, ਉੱਥੋਂ ਉਹਨਾਂ ਨੂੰ ਮਾੜਾ ਚੰਗਾ ਉਹਨਾਂ ਦੇ ਨਾਲ ਹੋਇਆ? ਸਰ ਗੱਲ ਇਹਦੀ ਨਾ ਬੜਾ ਕੰਪਲੈਕਸ ਇਸ਼ੂ ਹੈਗਾ ਆ ਜਦ ਅਸੀਂ ਪ੍ਰੋਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਡਰੱਗਸ ਇੱਕ ਸਾਧਨ ਵੀ ਆ ਤੇ ਡਰੱਗਸ ਇੱਕ ਐਂਡ ਵੀ ਆ। ਤੇ ਇੱਕ ਤਰੀਕੇ ਨਾਲ ਅਗਰ ਫੋਰ ਐਗਜ਼ਾਮਪਲ ਕੋਈ ਲੇਡੀ ਸੈਕਸ ਬਿਜ਼ਨਸ 'ਚ ਗਈ ਕਿਉਂਕਿ ਉੱਥੇ ਪੈਸੇ ਨਹੀਂ ਜ਼ਿਆਦਾ ਮਿਲਦੇ ਹੋਰ ਕੋਈ ਕੰਮਾਂ 'ਚ, ਤਾਂ ਸੈਕਸ ਦੇ ਵਿੱਚ ਜਿਹੜੇ ਆਪਾਂ ਸੈਕਸ ਬਿਜ਼ਨਸ 'ਚ ਅਗਰ ਉਹ ਪੈਂਦੀਆਂ ਆ, ਉਹਨਾਂ ਨੂੰ ਇੱਕ ਠੀਕ ਰੈਨਿਊਮਰੇਸ਼ਨ ਮਿਲ ਜਾਂਦੀ ਆ। ਤੇ ਉਹਨੂੰ ਕੰਮ ਇਹੋ ਜਿਹਾ ਆ, ਉਹਨਾਂ ਨੂੰ ਡਰੱਗਸ ਲੈਣੇ ਪੈਂਦੇ ਨੇ। ਕੁਝ ਲੇਡੀਜ਼ ਕੀ ਕਰਦੀਆਂ, ਕਿਉਂਕਿ ਉਹ ਡਰੱਗਸ ਲੈਂਦੀਆਂ ਆ, ਪੈਸੇ ਹੁੰਦੇ ਨਹੀਂ ਆ, ਉਹ ਇਸ ਕਾਰਨ ਸੈਕਸ ਵਰਕਸ 'ਚ ਪੈ ਜਾਂਦੀਆਂ ਆ। ਤੇ ਸਾਰੇ ਕਾਰਨ ਜਿਹੜੇ ਨੇ ਇਹਦਾ ਕੋਈ ਇੱਕ ਕਾਰਨ ਨਹੀਂ ਕਹਿ ਸਕਦੇ, ਇਹ ਆਪਣੇ ਆਪ 'ਚ ਹੀ ਰਿਲੇਟਡ ਇੱਕ ਸਾਈਕਲ ਆ ਜਿਹਦੇ 'ਚੋਂ ਨਿਕਲਣਾ ਆਈ ਥਿੰਕ ਔਰਤਾਂ ਲਈ ਮੁਸ਼ਕਿਲ ਹੋ ਜਾਂਦਾ ਇੱਕ ਸਮਾਂ ਤੋਂ ਬਾਅਦ। ਜਿਹੜੀਆਂ ਲੜਕੀਆਂ ਨਾਲ ਤੁਸੀਂ ਗੱਲ ਕੀਤੀ ਹੈਗੀ, ਇਹ ਦੂਜਾ ਮੋਸਟਲੀ ਪਿੰਡਾਂ ਵਾਲੀਆਂ ਜਾਂ ਛੋਟੇ ਸ਼ਹਿਰ ਵਾਲੀਆਂ, ਇਹ ਜਿਹੜਾ ਸੈਂਟਰ ਹੈਗਾ ਮਤਲਬ ਉਹ ਸਰਕਾਰੀ ਸੈਂਟਰ ਦੇ ਵਿੱਚ ਉਹੀ ਲੜਕੀਆਂ ਆਈਆਂ ਹੋਣਗੀਆਂ ਜਿਨ੍ਹਾਂ ਕੋਲ ਇਲਾਜ ਵਾਸਤੇ ਪੈਸੇ ਨਹੀਂ ਹੈਗੇ। ਹੋਰ ਵੀ ਸੈਂਟਰਾਂ ਦੇ ਵਿੱਚ ਜਾਂ ਵਿਜ਼ਿਟ ਕੀਤੀ ਜਾਂ ਹੋਰ ਵੀ ਸਟੱਡੀ ਹੈਗੀ ਕਿ ਪੰਜਾਬ 'ਚ ਨੰਬਰ ਬਹੁਤ ਜ਼ਿਆਦਾ ਕੁੜੀਆਂ ਦਾ ਵੀ ਜਿਹੜੇ ਨਸ਼ੇ ਦੀ ਲੱਤ 'ਚ ਜਾਂ ਨਸ਼ਾ ਕਰ ਰਹੀਆਂ ਨੇ? ਸਰ ਸਭ ਤੋਂ ਸੈਡ ਗੱਲ ਤਾਂ ਇਹ ਆ ਕਿ ਐਜ਼ ਸੋਸਾਇਟੀ ਓਨਲੀ ਹੀ ਆਪਾਂ ਇਸ ਚੀਜ਼ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨਹੀਂ। ਅਗਰ ਸਾਨੂੰ ਪਤਾ ਵੀ ਆ, ਈਵਨ ਸਰਕਾਰਾਂ ਨੂੰ ਜਾਂ ਈਵਨ ਅਕੈਡਮਿਸ਼ੀਅਨਸ ਨੂੰ ਅਗਰ ਪਤਾ ਵੀ ਆ, ਆਪਾਂ ਇਸ ਚੀਜ਼ ਨੂੰ ਨਾ ਜਿੰਦਾ ਦਬਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹਾਂ ਇਹ ਤਾਂ ਹੈ ਹੀ ਨਹੀਂ, ਅਸੀਂ ਤਾਂ ਉਹ ਐਜ਼ ਅ ਸੋਸਾਇਟੀ ਆਪਾਂ ਆਪਣੇ ਆਪ ਨੂੰ ਗਲਤ ਨਹੀਂ ਦਿਖਾਉਣਾ ਚਾਹੁੰਦੇ। ਤਾਂ ਈਵਨ ਦੋ ਸਟੱਡੀਜ਼ ਹੈਗੀਆਂ ਸਰ ਜੋ ਕਹਿੰਦੀਆਂ, ਜਿੱਦਾਂ ਇੱਕ ਸਟੱਡੀ ਹੈਗੀ ਆ ਜੋ ਕਿ PGI ਦੁਆਰਾ ਕੀਤੀ ਗਈ ਸੀਗੀ 2015-16 ਦੇ ਵਿੱਚ, ਉਹਨਾਂ ਨੇ ਇੱਕ ਐਸਟੀਮੇਟ ਲਾਇਆ ਕਿ 10,000 ਲੇਡੀਜ਼ ਹੈਗੀਆਂ ਪੰਜਾਬ 'ਚ ਜਿਹੜੀਆਂ ਲੈਂਦੀਆਂ ਆ। ਫਿਰ ਦੇਰ ਅਦਰ ਅਕੈਡਮਿਸ਼ੀਅਨਸ ਉਹ ਕਹਿੰਦੇ ਕਿ 10,000 ਤਾਂ ਸਿਰਫ ਇੱਕ 1% ਆ ਸਟੱਡੀ ਦਾ, ਕਿਉਂਕਿ ਲੇਡੀਜ਼ ਬਾਹਰ ਹੀ ਨਹੀਂ ਆਉਂਦੀਆਂ ਆਪਣੀ ਪ੍ਰੋਬਲਮ ਨੂੰ ਡਿਸਕਸ ਕਰਨ ਨੂੰ। ਤੇ ਉਹ ਕਿਵੇਂ, ਤਾਂ ਇਹ ਸਿਰਫ ਇੱਕ ਉੱਪਰਲਾ ਹਿੱਸਾ ਸੀ ਆਈਸਬਰਗ ਦਾ, ਇੱਕ ਟਿਪ ਦੇਖ ਰਹੇ ਹਾਂ ਜਿਹੜਾ ਅਸੀਂ 10,000 ਕੁੜੀਆਂ ਕਹਿ ਰਹੇ ਹਾਂ। ਆਈਸਬਰਗ ਬਹੁਤ ਵੱਡਾ ਆ, ਤੇ ਉਸ ਲਈ ਆਈ ਥਿੰਕ ਸੋਸਾਇਟੀ ਐਜ਼ ਅ ਹੋਲ, ਸਰਕਾਰਾਂ ਐਜ਼ ਅ ਹੋਲ, ਐਵਰੀਬਡੀ ਐਜ਼ ਅ ਹੋਲ ਹੈਜ਼ ਟੂ ਵਰਕ ਔਨ ਇਟ। ਤੇ ਇਕੱਲਾ ਨਸ਼ਾ ਮੁਕਤ ਕਰਨਾ ਇਜ਼ ਨਾਟ ਦੀ ਏਮ, ਹਾਰਮ ਰਿਡਕਸ਼ਨ ਜਿਹੜਾ ਕਿ ਜਿਹਦੇ ਵਿੱਚ ਨਸ਼ਾ ਖਤਮ ਕਰਨਾ ਇੱਕ ਵਨ ਆਫ ਇਟਸ ਕੰਪੋਨੈਂਟਸ ਆ। ਤੇ ਹਾਂਜੀ ਸੈਕੰਡ ਇਹ ਜਿਹੜਾ ਦੂਸਰਾ ਇਹ ਜਿਹੜਾ ਲੜਕੀਆਂ ਨੇ ਸਟੱਡੀ ਕੀਤੀ ਜਾਂ ਪਹਿਲਾਂ ਉਹ ਜਿਸ ਜਿਹੜੇ ਇੱਕ ਚੰਗੇ ਸ਼ਹਿਰ 'ਚੋਂ ਦੂਜੇ ਸ਼ਹਿਰ 'ਚ ਜਾ ਕੇ ਇਲਾਜ ਕਰਾਉਂਦੀ ਕਿ ਮੇਰੇ ਇਸ ਸ਼ਹਿਰ ਦੇ ਵਿੱਚ ਆਇਡੈਂਟੀ ਨਾ ਹੋਵੇ, ਜਾਂ ਲੜਕੀਆਂ ਪਹਿਲਾਂ ਬੀਅਰ, ਸ਼ਰਾਬ ਉੱਥੋਂ ਸ਼ੁਰੂ ਹੁੰਦੇ ਕਿ ਡਾਇਰੈਕਟ ਹੀ ਓਪੀਅਮ ਜਾਂ ਹੀਰੋਇਨ ਜਾਂ ਚਿੱਟਾ ਵਗੈਰਾ ਖਾਣਾ ਸ਼ੁਰੂ ਕਰਦੀਆਂ ਨੇ?
ਸਰ ਉਹ ਜਿਹੜੀਆਂ ਜਿੰਨਾ ਕੁ ਮੈਂ ਗੱਲ ਕੀਤੀ ਸੀਗੀ ਉਹਨਾਂ ਨਾਲ, ਉਹਨਾਂ ਨੇ ਤਾਂ ਜਿਹੜੀ ਸ਼ਹਿਰੀ ਸੀਗੀ ਤਾਂ ਉਹ ਸ਼ਹਿਰੀ ਨੇ ਪਹਿਲਾਂ ਥੋੜੇ ਛੋਟੇ ਡਰੱਗਸ ਤੋਂ ਸ਼ੁਰੂ ਕੀਤਾ, ਫਿਰ ਉੱਤੇ ਗਈ। ਪਰ ਜਿਹੜੀਆਂ ਮੈਂ ਉੱਥੇ ਸ਼ਾਇਦ ਪਿੰਡ, ਸ਼ਾਇਦ ਉਹ ਕਪੂਰਥਲਾ ਹੈ, ਅਗਰ ਅਸੀਂ ਦੇਖੀਏ ਬਾਰਡਰ ਡਿਸਟ੍ਰਿਕਟ ਜਾਂ ਕਪੂਰਥਲਾ, ਤੇ ਉੱਥੇ ਸਾਨੂੰ ਪਤਾ ਹੀ ਆ ਓਪੀਐਮ ਆਉਂਦਾ ਅਫਗਾਨਿਸਤਾਨ ਤੋਂ ਸਭ ਤੋਂ ਜ਼ਿਆਦਾ, ਤਾਂ ਇਸ ਲਈ ਮੋਸਟ ਆਫ them ਨੇ ਓਪੀਐਮ ਹੀ ਡਾਇਰੈਕਟਲੀ ਸ਼ੁਰੂ ਕਰਤਾ ਸੀਗਾ, ਕਿਉਂਕਿ ਇੱਕਦਮ ਤੋਂ ਜਿਹੜੀ એનર્ਜੀ ਮਿਲਦੀ ਸੀਗੀ ਉਹਨੂੰ ਖਾ ਕੇ, ਤੇ ਉਹਨਾਂ ਨੂੰ ਜਿਹੜਾ ਅੱਛਾ ਫੀਲ ਹੁੰਦਾ ਸੀਗਾ, ਆਪਣੀ ਦੁਨੀਆ ਦੇ ਸਟ੍ਰੈਸ ਤੋਂ ਦੂਰ ਹੁੰਦੀਆਂ ਸੀਗੀਆਂ, ਤੇ ਉਹਨੂੰ ਲੱਗਦਾ ਸੀਗਾ ਕਿ ਇਹੀ ਸਾਡੀ ਹੁਣ ਜੀਵਨ ਦਾ ਸਖਾਲਾ ਕਰਨ ਦਾ ਇੱਕ ਤਰੀਕਾ ਹੈ। ਕੋਈ ਗੱਲ ਤੁਹਾਡੀ ਆਈ ਪੱਖ ਸਾਹਮਣੇ ਆਈ ਕਿ ਮੋਸਟਲੀ ਇੱਕ ਚਲੋ ਫਰੈਂਡ ਸਰਕਲ ਦੇ ਵਿੱਚ ਲੜਕੀਆਂ ਨੇ ਖਾਣਾ ਸ਼ੁਰੂ ਕਰ ਦਿੱਤਾ, ਜਾਂ ਇਦਾਂ ਦੀ ਸਾਹਮਣੇ ਕਿਸੇ ਨੇ ਲੜਕੀ ਨੇ ਦੱਸਿਆ ਹੈਗਾ ਕਿ ਉਹਦੇ ਫਾਦਰ ਡਰੱਗ ਕਰਦਾ ਸੀ, ਨਸ਼ਾ ਕਰਦਾ ਸੀ, ਉਹਦਾ ਬਰਦਰ ਕਰਦਾ ਸੀ, ਜਾਂ ਘਰ ਕਿਤੇ ਨਾ ਕਿਤੇ ਫੀਮ ਪਈ ਹੈਗੀ ਉਹਨੇ ਚੱਕ ਕੇ ਉਹਨੇ ਵੀ ਖਾ ਲਈ ਹੈਗੀ, ਕੁਛ ਇਸ ਤਰ੍ਹਾਂ ਦਾ ਹੈਗਾ ਮਾਹੌਲ ਘਰਾਂ ਦਾ ਹੁੰਦਾ ਅਕਸਰ? ਸਰ ਇੰਦਾ ਦੀ ਮੈਂ ਤਾਂ ਹੋਊਗਾ ਸਰ, ਇਹ ਤੁਹਾਡਾ ਕਾਫੀ ਵੈਲਿਡ ਪੁਆਇੰਟ ਆ, ਪਰ ਜਿੰਨੀ ਕੁ ਮੈਂ ਗੱਲ ਕੀਤੀ ਆ ਆਪਣੀ ਫੀਲਡ ਸਟੱਡੀ 'ਚ, ਇੰਦਾ ਦਾ ਕੁਝ ਆਇਆ ਨਹੀਂ। ਹਸਬੈਂਡਸ ਬॉयਫ੍ਰੈਂਡਸ ਇਹਨਾਂ ਨੇ ਜ਼ਰੂਰ, ਹੋਰ ਫਰੈਂਡਸ ਉਹਨਾਂ ਨੂੰ ਟਰਾਈ ਕਰਵਾਉਣ ਦੀ ਦੇਰ ਸੀਗੀ ਕਿ ਪੈ ਗਏ, ਬਟ ਇੰਦਾ ਦਾ ਐਸ ਸੱਚ ਨਹੀਂ ਮੈਨੂੰ ਕਿ ਘਰ 'ਚ ਵੀ, ਪਰ ਹੋਊਗਾ, ਆਈ ਐਮ ਸੋ ਸ਼ੋਰ ਕਿ ਹੋਊਗਾ। ਮੇਰੀ ਫੀਲਡ ਆਫ ਸਟੱਡੀ ਘੱਟ ਸੀਗੀ ਸ਼ਾਇਦ, ਇਸ ਕਰਕੇ ਇੱਕੋ ਹੀ ਸੈਂਟਰ ਸੀਗਾ ਕਿ ਆਇਆ ਨਹੀਂ, ਬਟ ਦਿਸ ਇਜ਼ ਕੁਆਇਟ ਅ ਵੈਲਿਡ ਰੀਜ਼ਨ ਸਰ। ਤਾਂ ਲੱਗਦਾ ਕਿ ਜਿਸ ਤਰ੍ਹਾਂ ਜਿਹੜੇ ਅੱਛੇ ਘਰਾਂ ਦੇ ਵਿੱਚ ਹੈਗੇ ਉਹਨਾਂ ਵਾਸਤੇ ਅੱਛੇ ਸੈਂਟਰ ਵੀ ਹੈਗੇ, ਉਹ ਥੋੜਾ ਜਿਹਾ ਜਿਹੜੀ ਵੱਡੀ ਫੈਮਿਲੀ ਆਪਣੀ ਕੁੜੀਆਂ ਅਗਰ ਨਸ਼ਾ ਕਰਦੀਆਂ ਜਾਂ ਘਰ 'ਚ ਹੋਰ ਕੋਈ ਲੜਕੀ ਕਰਦੀ ਹੈਗੀ ਤਾਂ ਉਹ ਛੁਪਾ ਲੈਂਦੇ ਨੇ ਕਿ ਅੱਛੇ ਸੈਂਟਰ 'ਚ ਭੇਜ ਦਿੰਦੇ ਕਿ ਉੱਥੇ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕਿਹਦਾ ਟ੍ਰੀਟਮੈਂਟ ਹੋ ਰਿਹਾ। ਬਿਲਕੁਲ ਸਰ, ਆਪਣੇ ਪੰਜਾਬ ਦੇ ਵਿੱਚ ਇਹਨਾਂ ਦੇ ਕਾਫੀ ਸੈਂਟਰਸ ਨੇ, ਜਿੱਦਾਂ ਅੰਮ੍ਰਿਤਸਰ ਦੇ ਵਿੱਚ ਸੈਂਟਰ ਆ, ਤੇ ਮੈਂ ਨਾਮ ਨਹੀਂ ਲਊਂਗੀ, ਪਰ ਬਹੁਤ ਸਾਰੇ ਪ੍ਰਾਈਵੇਟ ਸੈਂਟਰਸ ਨੇ ਜੋ ਕਿ ਇੰਦਾ ਕੁੜੀਆਂ ਨੂੰ ਕੇਟਰ ਕਰਦੇ ਨੇ। ਤੇ ਦੇਖਿਆ ਜਾਏ ਸਰ, ਅਸੀਂ ਤਾਂ ਮੁੰਡਿਆਂ ਵਿੱਚ ਵੀ ਅਗਰ ਦੇਖੀਏ ਚਾਹੁੰਦੇ ਆ ਕਿ ਘਰ ਦੇ ਚਾਹੁੰਦੇ ਆ ਕਿ ਕਿਸੇ ਨੂੰ ਪਤਾ ਨਾ ਲੱਗੇ, ਤਾਂ ਕੁੜੀਆਂ ਦਾ ਤਾਂ ਫਿਰ ਤੁਸੀਂ ਸਮਝੋ ਕਿ ਕੀ ਹੀ ਹੋਊਗਾ, ਕਿਉਂਕਿ ਅਸੀਂ ਉਹਨਾਂ ਨੂੰ ਰੱਖਿਆ ਹੀ ਉਸ ਹਿਸਾਬ ਨਾਲ ਆ। ਤੇ ਹਾਂਜੀ ਸਰ, ਇਹ ਵੀ ਰੀਜ਼ਨ ਹੈਗਾ, ਜਿੰਦਾ ਉਸ ਕੁੜੀ ਦਾ ਮੈਂ ਤੁਹਾਨੂੰ ਦੱਸਿਆ ਜੋ ਉੱਥੇ ਆਈ ਸੀ ਸਰਕਾਰੀ। ਤੇ ਹਾਂਜੀ ਸਰ, ਸੈਕਿੰਡ ਫੈਮਿਲੀ ਕੋਈ ਪਿੱਛੋਂ ਮਿਲਣ ਆਉਂਦਾ ਕਿ ਭੈਣ ਭਰਾ ਮਿਲਣ ਆਉਂਦਾ ਜਿਹੜੇ ਟ੍ਰੀਟਮੈਂਟ ਹੋ ਰਿਹਾ ਜਿਨ੍ਹਾਂ ਦਾ? ਸਰ ਇਹ ਬਹੁਤ ਹੀ ਇੰਟੈਂਸਿਵ ਟ੍ਰੀਟਮੈਂਟ ਹੁੰਦੀ ਆ। ਜਿਹੜੇ ਮੈਂ ਸੈਂਟਰ 'ਚ ਗਈ ਸੀਗੀ, ਉਹਨਾਂ ਦੇ ਜਿਹੜਾ ਸੈਂਟਰ ਸੀ ਉਹਦੇ ਬਾਹਰ ਤਾਲਾ ਲੱਗਦਾ ਐਡਾ ਵੱਡਾ, ਤੇ ਕੋਈ ਆ ਜਾ ਨਹੀਂ ਸਕਦਾ। 20 ਤੋਂ 25 ਦਿਨ ਦਾ ਟ੍ਰੀਟਮੈਂਟ ਹੁੰਦਾ ਆ। ਇਹਦੇ ਵਿੱਚ ਕੀ ਕਰਦੇ ਆ, ਮੈਥਡੋਨ ਮੇਨਟੇਨੈਂਸ ਟ੍ਰੀਟਮੈਂਟ ਹੁੰਦੀ ਆ ਸਰ ਇੱਕ, ਜਿਹਦੇ ਵਿੱਚ ਸਾਨੂੰ ਕੀ ਕਰਦੇ ਨੇ, ਇੱਕ ਆਲਟਰਨੇਟਿਵ ਡਰੱਗ ਦੇ ਦਿੰਦੇ ਨੇ, ਜੋ ਕਿ ਇਟਸ ਨਾਟ ਚਿੱਟਾ, ਬਟ ਉਹਦਾ ਹੀ ਘੱਟ ਤੇ ਲੀਗਲੀ ਵੈਲਿਡ ਉਹ ਦਿੰਦੇ ਨੇ। ਨਾਲ ਉਹ ਐਕਸਰਸਾਈਜ਼ਸ ਕਰਵਾਉਂਦੇ ਨੇ, ਯੋਗਾ ਕਰਾਉਂਦੇ ਨੇ, ਸਾਈਕੋਲੋਜੀਕਲੀ ਮਦਦ ਕਰਦੇ ਨੇ, ਤੇ ਇਹ ਸਾਰਿਆਂ ਕੰਮ ਉਹਦੇ ਵਿੱਚ ਕਰਦੇ ਨੇ। ਇਸ ਦਿਨ 25 ਦਿਨਾਂ ਦੇ ਕਿਸੇ ਨੂੰ ਮਿਲਣ ਨਹੀਂ ਦਿੰਦੇ? ਨਹੀਂ ਸਰ, ਕੋਈ ਮੁਲਾਕਾਤ ਨਹੀਂ ਕਿਸੇ ਨਾਲ। ਉਹ ਸਿਰਫ ਉਹਨਾਂ ਨੂੰ ਬਹੁਤ ਵਧੀਆ ਸੈਸ਼ਨਸ ਦਿੱਤੇ ਜਾਂਦੇ ਨੇ, ਤੇ ਜਿਹਦੇ ਨਾਲ ਕਿ ਉਹ 25 ਦਿਨ ਆਰਾਮ ਨਾਲ, ਕਿਉਂਕਿ ਸਰ ਇਹਦੇ ਜਿਹੜੇ ਵਿਡਰੋਲ ਸਿੰਪਟਮਸ ਨੇ ਉਹ ਬਹੁਤ ਇੰਟੈਂਸ ਨੇ, ਕਿ ਉਲਟੀਆਂ ਐਂਡ ਚਿਲਸ ਹੋਣੀਆਂ, ਬੁਖਾਰ ਚੜ੍ਹਨਾ, ਇਹ ਸਾਰਾ ਕੁਝ ਕਰਨ ਦੇ ਲਈ ਉਹਨਾਂ ਨੂੰ ਦਵਾਈਆਂ ਵੀ ਦਿੱਤੇ, ਉਸ ਹਿਸਾਬ ਦੀਆਂ ਦਵਾਈਆਂ ਵੀ ਦਿੰਦੇ ਨੇ ਕਿ ਪੇਨ ਦੂਰ ਕਰਨ ਨੂੰ, ਤੇ ਸਾਰਾ ਕੁਝ। ਕੋਈ ਮਿਲਣ ਨਹੀਂ ਦਿੱਤਾ ਜਾਂਦਾ ਸਰ ਇਹਦੇ ਵਿੱਚ। ਜਦੋਂ ਫੈਮਿਲੀ ਨੂੰ ਮਿਲਣਗੇ ਤਾਂ ਕਾਉਂਸਲਿੰਗ ਦਾ ਪਾਰਟ ਹੋਣਾ ਚਾਹੀਦਾ, ਥੋੜਾ ਬੱਚਾ ਹੋਰ ਰਿਲੈਕਸ ਫੀਲ ਕਰਦਾ ਹੈਗਾ, ਠੀਕ ਹੋਣ ਦੇ ਜਿਹੜੇ ਜ਼ਿਆਦਾ ਰੇਸ਼ੋ ਵੱਧ ਜਾਂਦੀ ਹੈਗੀ। ਹਾਂਜੀ ਸਰ, ਆਈ ਐਮ ਸ਼ੋਰ, ਪਰ ਮੈਨੂੰ ਲੱਗਦਾ ਕਿ ਉਹ ਆਇਆ ਹੀ ਅਗਰ ਇੱਥੇ ਤੱਕਰ ਆ ਤਾਂ ਫੈਮਿਲੀ ਦੇ ਹੀ ਸਪੋਰਟ ਨਾਲ ਆਇਆ ਹੋਊਗਾ, ਬਟ ਉੱਥੇ ਨਹੀਂ ਸਰ, ਕਿਉਂਕਿ ਜਿੰਨਾ ਕੁ ਮੈਂ ਦੇਖਿਆ ਹੈ ਉਹ ਬਿਲਕੁਲ ਬੰਦ ਰੱਖ ਕੇ ਕਮਰਿਆਂ 'ਚ, ਉਹ ਕਿਸੇ ਨਾਲ ਨਹੀਂ ਮਿਲ ਸਕਦੇ। ਮੈਨੂੰ ਵੀ ਸਪੈਸ਼ਲ ਪਰਮਿਸ਼ਨ ਲੈਣੀ ਪਈ ਸੀਗੀ ਕਿ ਮੈਂ ਜਾ ਕੇ ਉਹਨਾਂ ਨਾਲ ਗੱਲ ਕਰ ਪਾਵਾਂ, ਐਵੇਂ ਨਹੀਂ ਅਸੀਂ ਜਾ ਸਕਦੇ। ਡਾਕਟਰ ਮੇਰੇ ਨਾਲ ਸੀਗੇ, ਤੇ ਪਰ ਇਹ ਵਧੀਆ ਸੀਗਾ ਸਰ ਉਸ ਸੈਂਟਰ ਦਾ, ਨਵਕਿਰਨ ਦਾ, ਕਿ ਉੱਥੇ ਸਾਰਾ ਜਿਹੜਾ ਸਟਾਫ ਸੀ ਸਾਰਾ ਫੀਮੇਲ ਸੀ, ਤੇ ਉਹ ਫੀਮੇਲਸ ਦੇ ਨਾਲ ਹੀ ਉੱਥੇ ਕੁੱਕ ਵੀ ਫੀਮੇਲ ਸੀਗੇ, ਤੇ ਸਾਰਾ ਕੁਝ ਅੰਦਰ ਹੀ ਸਾਰਾ ਹੁੰਦਾ ਸੀਗਾ। ਉੱਥੇ ਮੈਂ ਦੇਖਿਆ ਜਦ ਮੈਂ ਗਈ ਸੀਗੀ ਤਾਂ ਸਾਰੀਆਂ ਬੁਣ ਰਹੇ ਸੀਗੇ, ਸਵੈਟਰ ਬੁਣ ਰਹੇ ਸੀ, ਐਕਟੀਵਿਟੀ ਕਰਵਾਉਂਦੇ ਰਹਿੰਦੇ ਨੇ ਤਾਂ ਕਿ ਉਹਨਾਂ ਨੂੰ ਉਹ ਨਾ ਲੱਗੇ, ਕਿਉਂਕਿ ਜੇਲ੍ਹ ਨਾ ਲੱਗੇ ਨਾ। ਜੇਲ੍ਹ, ਪਰ ਹੈ ਤਾਂ ਸਰ ਜੇਲ੍ਹ ਹੀ ਨਾ, ਹੈ ਤਾਂ ਜੇਲ੍ਹ ਹੀ। ਤੇ ਸਰ ਜਿੰਦਾ ਅਗਰ ਅਸੀਂ ਦੇਖਦੇ ਹਾਂ, ਅਗਰ ਅਸੀਂ ਬਾਇਓਲੋਜੀਕਲ ਮੇਕਅਪ ਦੀ ਗੱਲ ਕਰੀਏ, ਸਟੱਡੀਜ਼ ਹੈਗੀਆਂ ਬਹੁਤ ਸਾਰੀਆਂ, ਤੇ ਫਿਜ਼ੀਓਲੋਜੀਕਲ ਆ ਕਿ ਜਿਹੜੀ ਔਰਤਾਂ ਹੁੰਦੀਆਂ ਆ, ਡਿਊ ਟੂ ਆਰ ਬਾਇਓਲੋਜੀਕਲ ਮੇਕਅਪ, ਹਾਰਮੋਨਸ ਦੇ ਕਾਰਨ ਉਹਨਾਂ ਨੂੰ ਲੱਤ ਜਲਦੀ ਲੱਗਦੀ ਆ, ਉਹਨਾਂ ਨੂੰ ਵਿਡਰੋਲ ਸਿੰਪਟਮ ਜ਼ਿਆਦਾ ਇੰਟੈਂਸ ਹੁੰਦੇ ਨੇ, ਤੇ ਉਹਨਾਂ ਦੇ ਰੀਲੈਪਸ ਰੇਟ ਵੀ ਜ਼ਿਆਦਾ ਹੁੰਦਾ ਆ। ਤੇ ਉਸ ਹਿਸਾਬ ਨਾਲ ਅਸੀਂ ਦੇਖੀਏ ਸਾਰੀ ਟ੍ਰੀਟਮੈਂਟ ਮੋਡੈਲਿਟੀ ਜੋ ਅਸੀਂ ਪ੍ਰੋਵਾਈਡ ਕਰਦੇ ਆ ਇਹਨਾਂ ਨੂੰ, ਉਹ ਨਹੀਂ ਹੁੰਦਾ ਦੀ ਕਰਦੇ। ਅਸੀਂ ਇੱਕ ਬੇਸਿਕ ਸੋਚਿਆ ਹੋਇਆ ਆਦਮੀਆਂ ਦਾ ਜਿਹੜਾ ਸਟੱਡੀ ਕਰਕੇ ਕੀਤਾ ਆ, ਉਹੀ ਔਰਤਾਂ 'ਤੇ ਲਾ ਦਿਓ, ਪਰ ਉਹ ਅਸੀਂ ਨਹੀਂ ਲਾ ਸਕਦੇ। ਦੇਖਿਆ ਜਾਏ ਕਿ ਸਾਨੂੰ ਇੱਕ ਡਿਫਰੈਂਟ ਅਪਰੋਚ ਟੂ ਟ੍ਰੀਟਮੈਂਟ ਵੀ ਚਾਹੀਦੀ ਆ। ਸਾਡੇ ਡਾਕਟਰਾਂ ਨੂੰ ਵੀ ਉਨਾ ਹੋਣਾ ਪੈਣਾ, ਕਿਉਂਕਿ ਡਾਕਟਰ ਵੀ ਸੇਮ ਸੁਸਾਇਟੀ ਦਾ ਹੀ ਪਾਰਟ ਨੇ, ਜਿਹੜਾ ਸਮਝਦੇ ਨੇ ਕਿ ਅਗਰ ਔਰਤ ਨਸ਼ਾ ਕਰ ਰਹੀ ਆ ਉਹ ਗਲਤ ਆ, ਤੇ ਉਹਨਾਂ ਨੂੰ ਵੀ ਸੈਂਸਿਟਾਈਜੇਸ਼ਨ ਦੀ ਲੋੜ ਆ।
ਤੇ ਸਰ ਇਹ ਬਹੁਤ ਸਾਰੇ ਜਗ੍ਹਾਵਾਂ ਤੇ ਸਾਨੂੰ ਇਕੱਠੇ ਸੁਸਾਇਟੀ ਨੂੰ, ਸਰਕਾਰ ਨੂੰ, ਸਭ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਤਾਂ ਕਿ ਅਸੀਂ ਇਹਦੀ ਤਹਿ ਤੱਕ ਪਹੁੰਚੀਏ। ਕਿਸੇ ਨੇਸ਼ਨ ਨੇ ਇਦਾਂ ਦਾ ਐਕਸਪੈਰੀਮੈਂਟ ਕੀਤਾ ਹੈਗਾ ਜਿਹੜਾ ਤੁਸੀਂ ਮੈਥਡ ਦੀ ਗੱਲ ਕਰ ਰਹੇ ਜੀ? ਹਾਂਜੀ ਸਰ। ਸਰ ਪੋਰਚੁਗਲ ਨੇ 2000 ਦੇ ਵਿੱਚ ਇੱਕ ਮੈਥਡ ਕੀਤਾ ਸੀਗਾ। ਤਾਂ ਉਹਨਾਂ ਨੇ ਕੀ ਕੀਤਾ, ਜਿਹੜਾ ਸਾਡਾ ਮੋਸਟ ਆਫ ਦੀ ਕੰਟਰੀਜ਼ ਦੇ ਵਿੱਚ ਜਿਹੜਾ ਡਰੱਗ ਰਿਡਕਸ਼ਨ ਜਾਂ ਡਰੱਗ ਨੂੰ ਲੜਨ ਦਾ ਉਹ ਇਸ ਥਰੂ ਡੈਟਰੈਂਸ ਮਾਡਲ। ਡੈਟਰੈਂਸ ਮਾਡਲ ਕੀ ਆ ਕਿ ਜ਼ੀਰੋ ਹੋਵੇ ਸਾਰਾ ਕੁਝ, ਕਿ ਖਤਮ ਕਰੋ ਨਸ਼ਾ ਮੁਕਤ ਭਾਰਤ, ਨਸ਼ਾ ਮੁਕਤ ਪੰਜਾਬ, ਇਹ ਮਾਡਲ ਆ। ਤੇ ਪੋਰਚੁਗਲ ਨੇ ਕੀ ਕੀਤਾ, ਉਹਨਾਂ ਨੇ ਨਸ਼ਾ ਮੁਕਤ ਭਾਰਤ ਨਾ ਕਰਕੇ ਉਹ ਗਏ ਆ ਹਾਰਮ ਰਿਡਕਸ਼ਨ ਮਾਡਲ 'ਚ, ਜਿਹਨੇ ਵਿੱਚੋਂ ਕੀ ਕਰਦੇ ਨੇ, ਉਹ ਵਿਕਟਮ ਨੂੰ ਐਜ਼ ਐਨ ਅਕਿਊਜ਼ ਨਹੀਂ ਦੇਖਦੇ, ਐਜ਼ ਅ ਕ੍ਰਿਮੀਨਲ ਨਹੀਂ ਦੇਖਦੇ, ਬਟ ਵਿਕਟਮ ਨੂੰ ਐਜ਼ ਅ ਵਿਕਟਮ ਦੇਖਦੇ ਨੇ। ਤੇ ਉਹਦੇ ਕਰਕੇ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਆਏ ਤੇ ਉੱਥੇ ਰੇਟ ਆਫ HIV AIDS ਘਟਿਆ। ਕਿਉਂਕਿ ਅਗਰ ਅਸੀਂ ਦੇਖੀਏ ਇਹ ਸਾਰਾ ਕੁਝ ਸਿਰਿੰਜਸ ਵਗੈਰਾ HIV AIDS ਵਗੈਰਾ ਦਾ ਵੀ ਹੁੰਦਾ ਆ, ਨਸ਼ਾ ਘਟਿਆ। ਸੈਂਟਰ ਦੇ ਵਿੱਚ ਲੜਕੀਆਂ ਇਦਾਂ ਦੀ HIV ਪੀੜਤ ਹੈਗੇ ਨੇ? ਹਾਂਜੀ ਸਰ, ਉੱਥੇ HIV ਪੀੜਤ, HCV ਪੀੜਤ ਤੇ ਸਭ ਪ੍ਰੈਗਨੈਂਟ ਲੇਡੀਜ਼ ਆ ਤਾਂ ਹੋਰ ਡਿਫਰੈਂਟ ਟ੍ਰੀਟਮੈਂਟ ਚਾਹੀਦਾ ਆ। ਜਿੰਦਾ ਡਾਕਟਰ ਸੰਦੀਪ ਭੋਲਾ ਨੇ ਉੱਥੇ ਇੰਚਾਰਜ ਨਵਕਿਰਨ ਸੈਂਟਰ ਦੇ, ਤਾਂ ਉਹਨਾਂ ਮੈਨੂੰ ਦੱਸ ਰਹੇ ਸੀਗੇ ਕਿ ਜਦ ਲੇਡੀਜ਼ ਦਾ ਇਲਾਜ ਕਰਨਾ ਹੈ, ਸਪੈਸ਼ਲੀ ਪ੍ਰੈਗਨੈਂਟ ਲੇਡੀਜ਼ ਦਾ ਇਲਾਜ ਕਰਨਾ ਆ, ਤਾਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਆ ਕਿ ਉਹਨਾਂ ਨੂੰ ਡਾਕਟਰਸ ਨੂੰ ਵੀ ਕਿ ਇਹਦਾ ਇਲਾਜ ਡਿਫਰੈਂਟ ਹੋਣਾ ਆ। ਲੇਡੀਜ਼ ਦੱਸਦੀਆਂ ਹੀ ਨਹੀਂ ਸਰ ਕਿ ਅਸੀਂ ਪ੍ਰੈਗਨੈਂਟ ਵੀ ਹਾਂ ਜਦ ਉੱਥੇ ਇਲਾਜ ਕਰਾਉਣ ਆਉਂਦੀਆਂ ਆ। ਅਗਰ ਜਿਹੜੀਆਂ ਦੱਸਦੀਆਂ ਵੀ ਆ ਤੇ ਉਹ ਬਾਅਦ 'ਚ ਦੱਸਦੀਆਂ ਆ, ਉਹ ਫਿਰ ਨਾ ਉਹਨਾਂ ਦੀ ਟ੍ਰੀਟਮੈਂਟ 'ਚ ਹੀ ਹਰਡਲ ਬਣਦਾ। ਉਹ ਬੱਚੇ ਲਈ ਵੀ ਹਾਨੀਕਾਰਕ ਤੇ ਮਾਂ ਦੇ ਲਈ ਤਾਂ ਹਾਨੀਕਾਰਕ ਹੈ ਹੀ ਹੈ। ਜਿਹੜੀ ਬੱਚੀ ਜਿਵੇਂ ਇੱਕ 5 ਸਾਲ ਦੀ ਬੇਬੀ ਬੱਚੀ ਹੈਗੀ, ਉਹ ਫਿਰ ਉਹਨਾਂ ਸੈਪਰੇਟ ਰੱਖਦੇ ਕਿ ਮਾਂ ਦੇ ਨਾਲ ਹੀ ਰੱਖਿਆ ਗਿਆ? ਮਾਂ ਦੇ ਨਾਲ ਹੀ, ਉਸ ਕੁੜੀ ਨੂੰ ਮਾਂ ਦੇ ਨਾਲ ਹੀ ਰੱਖਿਆ ਹੋਇਆ ਸੀਗਾ ਤੇ ਉਹਨੂੰ ਸਕੂਲ ਵੀ ਭੇਜਦੇ ਸੀਗੇ। ਤੇ ਇਹ ਮੈਨੂੰ ਉੱਥੇ ਦੇਖ ਕੇ ਥੋੜਾ ਲੱਗਿਆ ਕਿ ਥੋੜਾ ਹਿਊਮਨ ਆਇਆ ਉੱਥੇ, ਕਿ ਇਹ ਆਈ ਥਿੰਕ ਇਹਨਾਂ ਨੂੰ ਕਰਨਾ ਚਾਹੀਦਾ ਆ ਕਿ ਬੱਚਿਆਂ ਨੂੰ ਮਾਂ ਦੇ ਨਾਲ ਰੱਖਣ। ਤੁਸੀਂ ਆਪਣੀ ਰეკਮੈਂਡੇਸ਼ਨ ਹਾਲਾਂਕਿ ਆਪਣਾ ਸਬਮਿਟ ਕਰਵਾ ਦੋਗੇ, ਵੈਸੇ ਜਿਹੜੀ ਪੰਜਾਬ ਸਰਕਾਰ ਨੇ STF ਬਣਾਈ ਜਾਂ ਪੰਜਾਬ ਪੁਲਿਸ, ਪੰਜਾਬ ਗਵਰਨਮੈਂਟ ਇੰਡੀਵਿਜੂਅਲ ਉਹਨਾਂ ਨੂੰ ਭੇਜੀ ਹੈਗੀ ਕੁਛ ਜਾਂ ਭੇਜਣ ਦਾ ਯਤਨ ਕੀਤਾ? ਸਰ ਮੈਂ ਹਜੇ ਤੱਕ ਤਾਂ ਯਤਨ ਨਹੀਂ ਕੀਤਾ, ਬਟ ਹੁਣ ਸ਼ਾਇਦ ਮੈਂ ਕਰਾਂ। ਸਰ ਆਪਣੀ ਪੰਜਾਬ ਨੇ ਡਰੱਗਸ ਨੂੰ ਲੜਨ ਦੇ ਲਈ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਸੀ 2017 ਦੇ ਵਿੱਚ। ਉਹਦੇ ਵਿੱਚ ਅਗਰ ਅਸੀਂ ਦੇਖੀਏ 15 ਜਣੇ ਨੇ, 15 ਤੋਂ 16 ਜਣੇ ਨੇ ਤੇ ਉਹ ਸਾਰੇ ਮੇਲਸ ਨੇ। ਆਈ ਥਿੰਕ ਕਿ ਅਗਰ ਤੁਸੀਂ ਕੋਈ ਪਾਲਿਸੀ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਇੱਕ, ਅਗਰ ਤੁਸੀਂ ਫੀਮੇਲ ਸੈਂਟਰਿਕ ਵੀ ਬਣਾਉਣਾ ਚਾਹੁੰਦੇ ਹੋ, ਇੱਕ ਜੈਂਡਰ ਸੈਂਸਿਟਿਵ ਬਣਾਉਣਾ ਚਾਹੁੰਦੇ ਹੋ, ਇੱਕ ਅੱਧੀ ਫੀਮੇਲ ਹੁੰਦੀਆਂ ਤਾਂ ਉਹ ਆਈ ਥਿੰਕ ਬੈਟਰ ਪਾਲਿਸੀ ਫਾਰਮੇਸ਼ਨ ਤੇ ਅੰਡਰਸਟੈਂਡ ਕਰ ਪਾਉਂਦੀਆਂ ਲੇਡੀਜ਼ ਦੀ ਪ੍ਰੋਬਲਮਸ ਨੂੰ ਬੈਟਰ। ਤੇ ਆਈ ਥਿੰਕ ਦਿਸ ਵੁੱਡ ਬੀ ਮਾਈ ਰეკਮੈਂਡੇਸ਼ਨ ਫॉर ਦੀ ਗਵਰਨਮੈਂਟ ਟੂ ਮੇਕ ਇਟ ਮੋਰ ਜੈਂਡਰ ਇਨਕਲੂਸਿਵ। ਉਹਨਾਂ ਦੀ STF ਦੇ ਵਿੱਚ ਕਰਨ ਲੇਡੀਜ਼ ਨੂੰ, ਤਾਂ ਕਿ ਲੇਡੀਜ਼ ਹੀ ਸਮਝ ਸਕਦੀਆਂ ਆ ਕਿ ਉਹਨਾਂ ਨੂੰ ਕਿਵੇਂ ਟੈਕਲ ਕਰਨਾ ਆ। ਥੈਂਕ ਯੂ। ਅਭਿਜੀਤ ਢਿੱਲੋਂ ਜਿਨ੍ਹਾਂ ਨੇ ਸਟੱਡੀ ਕੀਤੀ, ਔਰ ਸਟੱਡੀ ਵਾਕਈ ਪੰਜਾਬ ਨੂੰ ਹਿਲਾਉਣ ਵਾਲੀ ਹੈ, ਦਿਲਾਉਣ ਵਾਲੀ ਹੈ, ਕਿਉਂਕਿ ਸਾਡੇ ਪੰਜਾਬ ਨਹੀਂ ਹੋ ਸਕਦਾ ਅਗਰ ਸਾਡੇ ਜੇ ਪੁੱਤ ਵਿਗੜ ਗਏ ਨੇ ਤੇ ਸਾਡੀਆਂ ਧੀਆਂ, ਉਸ ਧੀਆਂ ਜਿਨ੍ਹਾਂ ਦੀਆਂ ਕੁੱਖਾਂ ਦੇ ਵਿੱਚੋਂ ਯੋਧੇ ਪੈਦਾ ਹੋਏ ਨੇ, ਗੁਰੂ ਪੈਦਾ ਹੋਏ ਨੇ, ਤੇ ਉਹ ਅੱਜ ਪੰਜਾਬ ਉਹ ਕਿੱਥੇ ਸਟੈਂਡ ਕਰਦਾ ਹੈਗਾ। ਤੇ ਸਰਕਾਰਾਂ ਨੂੰ ਵੀ, ਸਮਾਜ ਨੂੰ ਵੀ, ਪਰਿਵਾਰ ਨੂੰ ਵੀ ਸੋਚਣ ਦੀ ਲੋੜ ਆ ਕਿ ਸਾਡਾ ਪੰਜਾਬ ਨਾ ਹੋਰ ਬਰਬਾਦ ਹੋਵੇ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ NB ਨਿਊਜ਼ ਚੰਡੀਗੜ੍ਹ।